एक ओंकार। सतनाम करता पुरख निरभउ निर्वैर अकाल मूरत अजूनी सैभं गुर प्रसाद। तेरे कवन कवन गुण कह कहे गाव, तू साहिब गुणी निधाना। तुमरी महिमा वर्ण ना साकूं, तू ठाकुर ऊच भगवाना। तुमरी महिमा वर्ण ना साकूं, तू ठाकुर ऊच भगवाना। सतनाम वाहेगुरु साहिब जियो। श्लोक महला पहला। दोए दीवे 14 हट नाले, जेते जी तेते बन जारे। दोए दीवे 14 हट नाले, जेते जी तेते बन जारे। हुले हट होवा वापार, जो पहुँचै सो चलन हार। धर्म दलाल पाए निशान, नानक नाम लाहा परवान। कर आए वजीवा धाई, सच नाम की मिली वडियाई। महला पहला। राती होवन कालियां, सूपे दासे वन। दे बग्गा तपै घना, कालियां काले वन। अंधे अगली बाहरे, मूर्ख अंध ज्ञान। नानक नदरी बाहरे, कबह ना पावै मान। पौड़ी। काया कोट रचाया, हर सच्चै आपे। एक दूजै भाए खुआएन, हउमै विच व्यापे। एह मानस जन्म दुलंभ, सा मन मुख संतापे। जिस आप बुझाए सो बुझसी, जिस सतगुर थापे। सब जग खेल रचायोन, सब वरतै आपे। जिस आप बुझाए सो बुझसी, जिस सतगुर थापे। सब जग खेल रचायोन, सब वरतै आपे। वाहिगुरु जी का खालसा, वाहिगुरु जी की फतेह। जुगो जुगो अटल। धन धन गुरु ग्रंथ साहिब जी, गुरु पातशाह जी दी अपर अपार बख्शिश। असी गुरु दरबार की इस हाज़री नूं भावें माण रहे हाँ, या घरां थावां तो गुरु शब्द विच अपनी सुरत नूं अमा रहे हाँ। टीवी राहीं या होर सोशल मीडिया सोर्सिस राहीं वडभागी हाँ। ये समा गुरबाणी व्याख्या दा है। सूही की वार गुरु अमरदास साहब जी का पावन संदेश सानू प्राप्त है। लगातारता नाल इन्हां पावन बचनां नूं विचारदिआं होइआं असीं 13 नंबर पौड़ी ते पहुंचे हाँ।
ਇਹਦੇ ਨਾਲ ਲੱਗਦੇ 2 ਸ਼ਲੋਕ ਨੇ, ਜਿਸ ਵਿੱਚੋਂ ਇੱਕ ਸ਼ਲੋਕ ਬੀਤੇ ਕੱਲ ਵਿਚਾਰਿਆ ਸੀ ਧੰਨ ਗੁਰੂ ਨਾਨਕ ਸਾਹਿਬ ਜੀ ਦਾ। ਦੂਸਰਾ ਇਹ ਵੀ ਬਚਨ ਗੁਰੂ ਨਾਨਕ ਸਾਹਿਬ ਦੁਆਰਾ ਉਚਰਿਤ ਕੀਤਾ ਹੈ। ਇਹਦੀ ਵਿਚਾਰ ਜੇ ਸਮਾਂ ਬਣਿਆ ਤੇ ਫਿਰ ਪੌੜੀ ਦੀ ਵਿਚਾਰ ਕਰਾਂਗੇ। ਜਿਵੇਂ ਕੱਲ ਬੇਨਤੀ ਕੀਤੀ ਸੀ ਕਿ ਇਹ ਬੜੀ ਪ੍ਰਤੀਕਾਤਮਕ ਮੈਟਾਫੋਰਿਕ ਭਾਸ਼ਾ ਹੈ, ਜਿਹਦੇ 'ਚ ਗੁਰੂ ਸਾਹਿਬ ਨੇ ਬੜੇ ਹਾਈਐਸਟ ਲੈਵਲ ਦੇ, ਜਿਨ੍ਹਾਂ ਦੀ ਸਿਗਨੀਫਿਕੇਸ਼ਨ ਸਾਡੀ ਸੁਰਤ ਨੂੰ ਡੁੰਬ ਦਿੰਦੀ ਹੈ, ਉਹ ਮੈਟਾਫੋਰਸ ਯੂਜ਼ ਕੀਤੇ ਨੇ ਇਹਦੇ ਵਿੱਚ। ਬਚਨ ਹੈ ਸਾਹਿਬ ਮਹਲਾ ਪਹਿਲਾ, ਰਾਤੀ ਹੋਵਨ ਕਾਲੀਆਂ ਸੁਪੇਦਾਂ ਸੇਵਨ। As a human being, we always talk about importance of a company, importance of congregation, importance of some sort of shadowing which creates influence on us, directly or indirectly. ਅਸੀਂ ਕਹਿੰਦੇ ਹਾਂ ਸੰਗਤ ਦਾ ਪ੍ਰਭਾਵ ਪੈਂਦਾ, ਜਿਹੋ ਜੀ ਸੰਗਤ ਤੈਸੀ ਰੰਗਤ। ਗੁਰੂ ਸਾਹਿਬ ਨੇ ਯੂਨੀਵਰਸਲ ਲਾ ਦੇ ਇੱਕ ਦੂਸਰੇ ਪਹਿਲੂ ਨੂੰ ਸਾਡੇ ਸਾਹਮਣੇ ਰੱਖਿਆ। ਬਾਣੀ, ਜੇ ਤੁਸੀਂ ਲਿਟਰੇਸੀ ਦਾ, ਲਿਟਰੇਚਰ ਦਾ ਇੱਕ ਹਾਈਐਸਟ ਲੈਵਲ ਦਾ ਸੋਰਸ ਸਮਝ ਕੇ ਵੀ ਪੜ੍ਹੋ ਨਾ, ਸਾਡਾ ਤੇ ਗੁਰੂ ਹੈ। ਵੀ have this direct belief system, or you can say the order from our Guru, that Guru Granth Sahib is our living corporate Guru. ये साਡਾ living master है। ਇਸ ਤਰ੍ਹਾਂ ਮੰਨਦੇ ਹਾਂ ਇਸਨੂੰ। ਪਰ ਸਪੋਜ਼ ਕਰੋ ਮੈਂ ਕਹਿੰਦਾ ਤੁਸੀਂ ਜਿਹੜੀ ਇਹਦੀ ਲਿਖਾਵਟ ਹੈ, ਜਿਹੜੀ ਦੀ ਰਚਨਾ, ਜਿਹੜਾ ਸਕ੍ਰਿਪਚਰ ਆ, ਇਹਨੂੰ ਹਾਈਐਸਟ ਲੈਵਲ ਆਫ ਲਿਟਰੇਚਰ ਸਮਝ ਕੇ ਕਦੀ ਸੋਚ ਕੇ ਦੇਖੋ। ਸਿਰਫ ਇਸੇ ਕਰਕੇ, ਮਤਲਬ ਤੁਸੀਂ ਕਹਿ ਦਿਓ ਮੈਂ ਨੌਨ ਬਲੀਵਰ ਹਾਂ, ਮੈਂ ਐਥੀਸਟ ਹਾਂ, ਕੁਛ ਵੀ ਹੈ। ਗੁਰੂ ਮਹਾਰਾਜ ਦੀ ਬਾਣੀ ਬੰਦੇ ਨੂੰ, ਜਿਹਨੂੰ ਅਸੀਂ ਕਹਿੰਦੇ ਹਾਂ ਅਮੇਜ਼ਡ ਕਰ ਦੇਣਾ, ਸੰਦਬਧ, ਵਿਸਮਾਦ ਕਰ ਦੇ, ਇਹਦੇ 'ਚ ਐਬਿਲਿਟੀ ਹੈ ਦੇ ਅੰਦਰ। ਸਿਰਫ ਉਸ ਸੋਚ ਦੇ ਲੈਵਲ 'ਤੇ, ਪੜ੍ਹਨ ਅਤੇ ਸਮਝਣ ਦੇ ਲੈਵਲ 'ਤੇ ਜੇ ਬੰਦਾ ਇਹਨੂੰ ਅਡੋਪਟ ਕਰ ਲਵੇ ਫਿਰ ਤੇ ਕਮਾਲ ਹੀ ਹੈ ਨਾ। ਫਿਰ ਤੇ ਪਾਰਸ ਕਲਾ ਇਹਦੇ 'ਚ, ਫਿਰ ਤੇ ਪਾਰਸ ਬਣਾ ਦਿੰਦੀ ਹੈ। ਪਰ ਸਿਰਫ ਇਤਨੇ ਨਾਲ ਹੀ। ਹੁਣ ਮੈਂ ਜਿਹੜੀ ਬੇਨਤੀ ਕਰ ਰਿਹਾ, ਸਾਨੂੰ ਇਹ ਕਿਹਾ ਗਿਆ ਕਿ if you get anywhere, any type of company, that kind of association will impact on us. ਇਹ ਸਿੱਧਾ ਯੂਨੀਵਰਸਲ ਲਾ ਆ। ਤੁਸੀਂ ਕਿਸੇ ਚੀਜ਼ ਦੀ ਸੰਗਤ 'ਚ ਰਹਿੰਦੇ ਹੋ, ਉਹਦਾ ਪ੍ਰਭਾਵ ਤੁਹਾਡੇ 'ਤੇ ਪਏਗਾ, ਉਹਦੀ ਸੋਹਬਤ ਤੁਹਾਡੇ 'ਤੇ ਹੋਏਗੀ, ਉਹਦਾ ਤੁਸੀਂ ਅਸਰ ਕਬੂਲ ਲਵੋਗੇ। ਇਹ ਚੀਜ਼ ਹੋਈ। ਬਾਬਾ ਨਾਨਕ ਜਿੱਥੇ ਬਿਆਨ ਕਰਦੇ, ਹਰ ਥਾਂ 'ਤੇ ਲਾ ਨਹੀਂ ਲਾਗੂ ਹੁੰਦਾ ਨਾ। ਜਿਹੜਾ ਲੌਜਿਕ ਦਿੱਤਾ ਗੁਰੂ ਮਹਾਰਾਜ ਨੇ, ਬਿਲਕੁਲ ਰੈਸ਼ਨਲ ਸਾਈਡ ਤੋਂ, ਸਾਹਿਬ ਕਹਿੰਦੇ ਰਾਤੀ ਹੋਵਣ ਕਾਲੀਆਂ ਸੁਪੇਦਾਂ ਸੇਵਨ। ਰਾਤ ਆ ਗਈ, ਕਾਲੀ ਰਾਤ, ਬਿਲਕੁਲ ਮਤਲਬ ਇੰਝ ਲੱਗ ਗਿਆ ਜਿਵੇਂ 4 ਚਪੇਰੇ ਕਿਸੇ ਨੇ ਕਾਲਖ ਮਲ ਦਿੱਤੀ ਹੋਏ। ਠੀਕ, ਹੁਣ ਰਾਤ ਸਾਰੀ ਕਾਲੀ ਹੋ ਗਈ, ਕਾਲਾ 4 ਚਪੇਰੇ ਹਨੇਰਾ ਪਸਰ ਗਿਆ। ਤੁਸੀਂ ਸਮਝਦੇ ਹੋ ਕਿ ਰਾਤ ਦੇ ਪ੍ਰਭਾਵ ਹੇਠ ਜਿਹੜੀਆਂ ਚੀਜ਼ਾਂ ਚਿੱਟੇ ਰੰਗ ਦੀਆਂ ਨੇ ਉਹ ਵੀ ਕਾਲੀਆਂ ਹੋ ਜਾਣਗੀਆਂ? ਨੋ ਵੇ। ਬਿਨਾਂ ਸ਼ੱਕ ਚਿੱਟੀਆਂ ਚੀਜ਼ਾਂ ਰਾਤ ਦੀ ਸੰਗਤ ਵਿੱਚ ਨੇ, ਪਰ ਫਿਰ ਚਿੱਟੀਆਂ ਨੇ। ਭਾਵੇਂ ਰਾਤ 4 ਚਪੇਰੇ ਹਨੇਰਾ ਪਸਰਿਆ, ਕਾਲਾਪਨ ਪਸਰਿਆ। ਬਾਬਾ ਜੀ ਸਾਨੂੰ ਬਹੁਤ ਹਾਇਰ ਲੈਵਲ ਤੇ ਅਵੇਅਰ ਕਰਨਾ ਚਾਹੁੰਦੇ ਨੇ। ਸੰਗਤ ਦਾ ਮਤਲਬ ਸਮਝੀਏ। ਸੰਗਤ ਸਿਰਫ ਇਹ ਨਹੀਂ ਹੁੰਦੀ ਕਿ ਤੁਸੀਂ ਕਿਤੇ ਜਾ ਕੇ ਬੈਠ ਗਏ, ਹੋ ਗਿਆ ਨਾ। if you are not ready to adopt something, if you are not ready to move somewhere, if you are not ready to
get some sort of participation in any kind of transformation, जो मर्जी होए आले दुआले तुहानूं उस चों मिलेगा थोड़ा। मैं साखी रूप में बयान करदा। फिर एक सिंबॉलिक या प्रतीकात्मक पक्ष तो चीज आ रही है। गुरु गोबिंद सिंह साहिब सरसा दे उस दरिया के कंढे टहल रहे ने, नाल कुछ गुरु महाराज के प्यारे सिख ने, बहुत हायर लैवल के स्कॉलर भाई साहब भाई नंद लाल जी भी नाल ने। तो हुंदा की है, महाराज हथ विच इस तरीके नाल एक पत्थर चुकते हैं, तो पत्थर नूं दो वारी एवें उछालते हैं, तो फिर दोबारा उन्होंने कैच कर लेंदे ने। तीजी एक बार इस तरह उछालते हैं तो अनइंटेंशनली इंटेंशनली हाथ छड़ देंदे ने, तो पत्थर सीधा पानी च डिगदा जाके डुब जाता। उत्थे बात आउंदी है, कोई सज्जन एक बात कहंदे ने, कहंदे कमाल हो गई, कहंदे ने जिस चीज़ नूं सतगुरु छू ले वो भवसागर तर जाता है। पत्थर नूं गुरु ने हत्थां 'च फड़िया सीगा, छड़ दिता, ये तो डुब गया, पानी 'च डुब गया। भाई साहब भाई नंद लाल जी सीगे, वो कहते गल ठीक है तेरी, पर मैं इनू इस तो दूजी तरह समझदा आ। वो कहते दूजी तरह किवें? कहना दूजी तरह इदां समझदा आ कि भावें पत्थर है तो भावें कोई मनुख है, जे गुरु के हाथ च रहेगा बचिया रहेगा, जे गुरु के हाथ तो छुड़केगा तो डुब जाएगा। समझने का तरीका आ। हर एक जिहड़ी लिटरेचर च फिर चीज़ नूं देखो, एग्जाम्पल्स जिहड़ियां होंदियां ने ना, क्योंकि इस चीज़ नूं कोई रैशनल माइंड वाला कह सकता है किवें हो सकता है हनेरे दा होर। एक्चुअल लैवल ते तुसी जदों किसी फलसफे नूं समझना होंदा आ, उस लिटरेचर दी एग्जाम्पल्स नूं उसे लैवल ते जाके देखो, ते उहदा जिहड़ा असल प्रभाव है मुख जिंदगी में आके देखो उस तरीके दे नाल। हुण ये है कि हनेरा पसरिया होए चार चफेरे, लोग कई बार कहते भी कलयुग आ गया जी, सारा ही सब बदल गया जी, आवा ऊत गया जी, सब चीज़ां हो गई। भाई रात हो गई काली बोली, तो गुरु साहब ने बाणी च जिक्र भी किया। जो शब्द पढ़ते हैं ना, महाराज बयान करते कि जो हालात ये होंगे ने कि मस्या वर्गी काली बोली रात है चार चपेरे, उहदे च कूड़ अमावस सच चंद्रमा दिसै नहीं, कह चढ़िया हो भाल भी कुन्नी हुई, अंधेरा राह ना कोई, भी भालिया भी नेरे च राह नहीं लभदा, ऐसी बुरी हालत है, बाह पसारिया बाह नहीं नजर पैंदी, हों भाल भी कुन्नी हुई, अंधेरा राह ना कोई। किवें? कूड़ अमावस मस्या दी काली बोली कूड़ दी रात छा गई चार चपेरे, सच चंद्रमा ते सच दा चंद्रमा किते गवाच गया पूरी तरह। हुण इहदे च की है कि अंधेरा राह ना कोई, कोई राह नहीं अंधेरे च उस रूप दे विच। ये समा गुरु नानक साहब दा समा आ। गुरु नानक साहब खुद ये बचन उचार रहे ने, पर इसे समय दे विच असीं गुरु नानक साहब की अपनी हस्ती देख रहे हैं। जदों महाराज उस मस्या दी काली बोली कूड़ दी रात विच सच दी क्षमा लैके तुर रहे हैं। इत्थे इस तरह समझिया जाए कि जिन्ना मर्जी आले दुआले का इन्फ्लुएंस होवे, अज दे सिनेरियो च गल करते हैं, लंडन जिहड़ा अटैक ऑफ हेटेड कह लीए, नफरत का एक हल्ला एडा वड्डा, परिवार पूरा जिहड़ा खत्म कर दिता एक विजिबल मिनोरिटी दे विचों, ये डराउंदी है चीज़ बंदे नूं। तो जो बंदा इस लैवल ते आउंदा है तो लगता भी ये तो बड़ी बड़ी काली रात है, भाई की बनेगा। भाई गल ये है, जिन्नी मर्जी काली रात होए, जिन्हां ने इस कालख का प्रभाव नहीं कबूलना, नहीं कबूलना। जिहड़ियां चीज़ां चिट्टियां नूं चिट्टियां रहणगियां, जे इहो जिहा हनेरा पसर भी जाए सारा, ये थोड़ा भी सारा इस रूप च हनेरा पसर जाए तो वो चीज़ां दे रूप रंग वटा देगा ना। ये तो डिपेंड करता है
ਇਹੋ ਜਿਹੇ ਹਾਲਾਤਾਂ ਦੇ ਵਿੱਚ ਵੀ ਤੁਸਾਂ ਕਿਹੋ ਜਿਹੀਆਂ ਚੋਇਸਿਸ ਬਣਾਉਣੀਆਂ ਨੇ, ਤੁਸੀਂ ਕਿਸ ਤਰੀਕੇ ਦਾ ਜੀਵਨ ਯਾਪਨ ਜੀਣਾ ਆ। ਹੋਏ ਪਸਰਿਆ ਹਨੇਰਾ ਚਾਰ ਚੁਫੇਰੇ ਉਸ ਰੂਪ ਦੇ ਅੰਦਰ, ਪਰ ਜਿਹੜੀਆਂ ਚਿੱਟੀਆਂ ਚੀਜ਼ਾਂ ਨੇ ਉਹ ਚਿੱਟੀਆਂ ਰਹਿਣਗੀਆਂ। ਹਨੇਰੇ ਦੇ ਪ੍ਰਭਾਵ ਹੇਠ ਉਹ ਰੰਗ ਨਾ ਛੱਡ ਜਾਣਗੀਆਂ, ਉਹ ਕਾਲੀਆਂ ਨਾ ਪੈ ਜਾਣਗੀਆਂ। ਇਸ ਚੀਜ਼ ਨੂੰ ਜਾਣੋ। ਗੁਰੂ ਮਹਾਰਾਜ ਬਿਆਨ ਕਰਦੇ ਕਿ ਇਹ ਚੀਜ਼ ਇਸ ਤਰੀਕੇ ਨਾਲ ਜਾਣੀ ਜਾਏ। ਫਿਰ ਦੇਖਿਆ ਜੇ ਮੈਂ 2-4 ਐਗਜ਼ਾਮਪਲ ਫਿਰ ਦੇਣਾ ਬਾਣੀ ਵਿੱਚੋਂ, ਪਰ ਰਾਤੀ ਹੋਣ ਕਾਲੀਆਂ ਸੁਪੇਦਾਂ ਸੇ ਵਨ, ਸਫੇਦ ਚੀਜ਼ ਨੂੰ, ਚਿੱਟੀ ਚੀਜ਼ ਨੂੰ, ਜਿਹੜੀ ਵਾਈਟ ਆ ਉਸ ਨੂੰ ਉਹ ਕਿਸੇ ਲੈਵਲ ਤੇ ਡਾਰਕ ਜਾਂ ਬਲੈਕ ਕਰਨ ਦੇ ਵਿੱਚ ਉਹ ਆਪਣਾ ਪ੍ਰਭਾਵ ਨਹੀਂ ਪਾ ਸਕਦੀ। ਦੇਹ ਬੱਗਾ ਤਪੈ ਕਣਾ ਕਾਲਿਆਂ ਕਾਲੇ ਵਨ, ਦਿਨ ਦਾ ਸਮਾਂ ਹੋਏ, ਬੜੀ ਤਪਿਆ ਹੋਇਆ ਦਿਨ, ਬਿਲਕੁਲ ਪੂਰੀ ਲੋ ਲੱਗੀ ਹੋਏ, ਦੁਪਹਿਰ ਤਪੇ ਪੂਰਾ, ਇੰਜ ਲੱਗੇ ਜਿਵੇਂ ਲਾਲ ਭੱਠੀ ਬਲ ਰਹੀ ਹੁੰਦੀ ਚਾਰ ਚੁਫੇਰੇ। ਤੇ ਇਹਦੇ ਨਾਲ ਕੀ ਹੋਏਗਾ? ਦੇਹ ਬੱਗਾ ਤਪੈ ਕਣਾ ਕਾਲਿਆਂ ਕਾਲੇ ਵਨ, ਜੋ ਚੀਜ਼ਾਂ ਕਾਲੇ ਰੰਗ ਦੀਆਂ ਨੇ ਉਹ ਲਾਲ ਹੋ ਜਾਣਗੀਆਂ, ਚਿੱਟੀਆਂ ਹੋ ਜਾਣਗੀਆਂ, ਨਹੀਂ ਹੋਣਗੀਆਂ। ਬਿਨਾਂ ਸ਼ੱਕ ਦਿਨ ਜਿੰਨਾ ਮਰਜ਼ੀ ਚਿੱਟਾ ਆ, ਜਿੰਨਾ ਮਰਜ਼ੀ ਲਾਲ ਆ, ਦੁਪਹਿਰ ਲੱਗੀ ਪਈ ਹੈ, ਉਹ ਆਪਣਾ ਰੰਗ ਉਸ ਰੂਪ ਵਿੱਚ ਨਹੀਂ ਤਿਆਗਣਗੀਆਂ। ਹੁਣ ਇਹਦੇ 'ਚ ਭਾਈ ਗੁਰਦਾਸ ਜੀ ਦੀ ਇੱਕ ਮਿਸਾਲ ਮੈਂ ਦੇ ਦਿੰਦਾ। ਉਹ ਬਿਆਨ ਕਰਦੇ, ਉਹ ਕਹਿੰਦੇ ਕਿ ਜਿਵੇਂ ਦੁਧਾਰੂ ਪਸ਼ੂ ਹੈ, ਕੋਈ ਵੀ ਗਾਂ ਮੱਝ ਲੈ ਲਵੋ, ਜਿਹਦੇ ਕੋਲੋਂ ਬਹੁਤ ਸਾਰਾ ਸਾਨੂੰ ਦੁੱਧ ਪ੍ਰਾਪਤ ਹੁੰਦਾ ਹੈ, ਤੇ ਕਿਸਾਨ ਉਹਦੇ ਕੋਲੋਂ ਰੋਜ਼ 5-7-10 ਲੀਟਰ ਦੁੱਧ ਚੋ ਕੇ ਆਪਣੇ ਘਰ ਯੂਜ਼ ਲਈ ਲੈ ਜਾਂਦਾ। ਕਿਸੇ ਨੇ ਦੇਖਿਆ, ਆਮ ਤੁਸੀਂ ਪਿੰਡਾਂ ਥਾਵਾਂ ਤੇ ਜੇ ਕਦੀ ਕੋਈ ਐਨੀਮਲ ਹਸਬੈਂਡਰੀ ਦੀ ਜੌਬ ਕੀਤੀ ਹੋਏ ਜਾਂ ਉਸ ਚੀਜ਼ ਨੂੰ ਵਿਟਨੈਸ ਕੀਤਾ ਹੋਏ, ਤਾਂ ਤੁਹਾਨੂੰ ਪਤਾ ਹੋਏਗਾ ਕਿ ਪਸ਼ੂਆਂ ਨੂੰ ਆਮ ਕਰਕੇ ਜੂਆਂ, ਚਿੱਚੜ ਇਹ ਆਮ ਲੱਗੇ ਹੁੰਦੇ ਨੇ ਬਹੁਤਾਇਤ। ਤੇ ਉੱਥੇ ਜਾਣੋ ਕਿ ਕੋਈ ਜੋਕ ਚਿੱਚੜ ਪਸ਼ੂ ਨੂੰ ਲੱਗਾ ਆ, ਤੇ ਲੱਗਾ ਉਹਦੇ ਪੇਟ ਕੋਲ, ਉਹਦੀਆਂ ਲੱਤਾਂ ਕੋਲ, ਕਿਸੇ ਐਸੀ ਜਗ੍ਹਾ ਤੇ ਜਿੱਥੇ ਜਿਹੜਾ ਮਤਲਬ ਸੋਰਸ ਆਫ ਮਿਲਕ ਆ, ਜਿਹੜੇ ਉਸ ਪਸ਼ੂ ਦੇ ਨਿੱਪਲਸ ਨੇ, ਉਹਦੇ ਤੋਂ ਬਹੁਤ ਦੂਰ ਨੇ। ਹੁਣ ਕੀ ਹੋਇਆ, ਕਿਸੇ ਨੇ ਸੋਚਿਆ ਐਕਚੁਅਲੀ ਨਾ ਇਹ ਪਸ਼ੂ ਵਿਚਾਰਾ ਦੁੱਧ ਦਿੰਦਾ ਆ, ਕਿਸਾਨ ਦੁੱਧ ਪੀ ਰਿਹਾ ਆ, ਤੇ ਇਹ ਜਿਹੜਾ ਚਿੱਚੜ ਆ, ਇਹ ਜਿਹੜੀ ਜੂੰ ਆ, ਜਿਹੜਾ ਜੋਕ ਆ, ਇਹ ਲਹੂ ਪੀ ਰਿਹਾ। ਕਿਉਂ ਨਾ ਇੱਕ ਕੰਮ ਕਰੀਏ, ਆਪਾਂ ਇਹਨੂੰ ਦੁੱਧ ਦੇ ਉਸ ਸੋਰਸ ਦੇ ਕੋਲ ਲਗਾ ਦਿੰਦੇ ਆ, ਉਹਨਾਂ ਨਿੱਪਲਸ ਦੇ ਕੋਲ, ਤਾਂ ਕਿ ਇਹ ਦੁੱਧ ਪੀਵੇ। ਹੁਣ ਇਹ ਬੰਦਾ ਇਸ ਰੂਪ ਐਗਜ਼ਾਮਪਲ ਹੈ ਲਿਟਰੇਚਰ ਦੇ ਸਰੂਪ ਦੇ ਵਿੱਚ। ਭਾਈ ਗੁਰਦਾਸ ਜੀ ਕਹਿੰਦੇ, ਮੈਂ ਸ਼ਰਤੀਆ ਗੱਲ ਕਹਿਣਾ ਵਾ, ਅਸਥਨ ਪਾਨ ਕਰਬੇ ਕੋ ਜੋ ਲਗਾਈਆ ਜੌਂਕ। ਅਸਥਨਾਂ ਦੇ ਕੋਲ, ਉਹਦੇ ਥਣਾਂ ਦੇ ਕੋਲ, ਦੀ ਨਿੱਪਲਸ ਦੇ ਕੋਲ ਉਸ ਜੌਂਕ ਨੂੰ, ਚਿੱਚੜ ਨੂੰ ਜਾਂ ਜੂੰ ਨੂੰ, ਉਸ ਨੂੰ ਚੱਕ ਕੇ ਲਗਾ ਦਿੱਤਾ ਜਾਏ, ਵੀ ਲੈ ਭਾਈ ਦੁੱਧ ਪੀ ਲੈ। ਅਸਥਨ ਪਾਨ ਕਰਬੇ ਕੋ ਜੋ ਲਗਾਈਆ ਜੌਂਕ, ਪੀਵਤ ਨ ਪੇ ਲੈ ਲਹੂ ਅਚਲੇ ਅਘਾਤ ਹੈ। ਜਿਹੜੀ ਪੀਣ ਯੋਗ ਚੀਜ਼ ਆ ਉਹ ਨਹੀਂ ਪੀਏਗਾ, ਉੱਥੇ ਵੀ ਉਹ ਲੈ ਲਹੂ ਅਚਲੇ ਅਘਾਤ ਹੈ, ਉਹ ਲਹੂ ਲੱਭੇਗਾ। ਹਵਾਨੇ ਕੋਲ ਵੀ ਲੱਗਾ ਹੋਇਆ, ਉਹਨੇ ਲਹੂ ਲੱਭਣਾ ਉੱਥੋਂ। ਜਿੰਨਾ ਮਰਜੀ ਸੰਗਤ ਦਾ ਪ੍ਰਭਾਵ ਵਧੀਆ ਹੋਇਆ ਆਲੇ ਦੁਆਲੇ, ਜਿਹਦੀ ਬਿਰਤੀ ਹੀ ਉਸ ਕਿਸਮ ਦੀ ਹੈ, ਉਸ ਸੰਗਤ ਨੂੰ ਵੀ ਉਹ ਕਬੂਲ ਨਹੀਂ ਸਕੇਗਾ। ਤੇ ਇਹ ਕੋਈ ਇੱਕ ਜਗ੍ਹਾ ਤੇ ਨਹੀਂ, ਯੂ ਕੈਨ ਸੀ ਥੀਸ ਕਾਈਂਡ ਆਫ ਐਗਜ਼ਾਮਪਲਸ ਇਨ ਐਕਚੁਅਲੀ ਗੁਰੂ ਸਾਹਿਬ's own ਲਾਈਫ। ਮੈਂ ਤਾਂ ਕਈ ਵਾਰੀ ਬੇਨਤੀ ਕਰਦਾ, ਸਾਡੇ ਲੋਕ ਘਰਾਂ ਦੇ ਵਿੱਚ ਕਾਉਂਸਲਿੰਗ ਵਿੱਚ, ਮੈਂ ਵਰਿਆਂ ਦੇ ਵਰੇ ਹੋ ਗਏ ਹੁਣ, ਤੇ ਲੋਕੀ ਆਪਣੇ ਆਪ ਨੂੰ ਜੱਜ ਕਰਦੇ, ਲੋਕੀ ਆਪਣੀ ਫੈਮਲੀਜ਼ ਦੇ ਵਿੱਚ ਆਪਣੀਆਂ ਵੈਲਿਊਜ਼ ਦੇ ਅਕੋਰਡਿੰਗਲੀ ਬੱਚਿਆਂ ਨੂੰ ਚਲਦਿਆਂ ਨਾ ਵੇਖਦੇ, ਰਿਜੈਕਸ਼ਨ ਮਹਿਸੂਸ ਕਰਦੇ we are in guilty, we might haven't done our job properly, that's why we are witnessing these kind of situations। ਤੇ ਮੈਂ ਕਈ ਵਾਰੀ ਉਹਨਾਂ ਨੂੰ ਕੁਐਸਚਨ ਪੁੱਛਦਾ ਹੁੰਨਾ, ਠੀਕ ਹੈ ਤੁਸੀਂ ਬਹੁਤ ਚੰਗੇ ਹੋ, ਬੜੇ ਵਧੀਆ ਹੋ, ਬੜਾ ਤੁਸੀਂ ਮਿਹਨਤ ਕੀਤੀ, ਸਭ ਚੀਜ਼ਾਂ ਬਿਲਕੁਲ ਠੀਕ ਹੈ, ਤੁਸੀਂ ਹੁਣ ਗਿਲਟ ਫੀਲ ਕਰਦੇ ਹੋ, ਪਰ ਮੇਰੇ ਇੱਕ ਕੁਐਸਚਨ ਇਹ ਹੈ ਕਿ ਤੁਸੀਂ ਗੁਰੂ ਰਾਮਦਾਸ ਸਾਹਿਬ ਤੋਂ ਵੀ ਚੰਗੇ ਹੋ? ਕੀ ਤੁਸੀਂ, ਤੁਹਾਡਾ ਪਰਿਵਾਰ ਬੀਬੀ ਭਾਨੀ ਨਾਲੋਂ ਵੀ ਚੰਗਾ ਆ? ਕੀ ਤੁਹਾਡਾ ਵਿਹੜਾ ਗੁਰੂ ਨਾਨਕ ਸਾਹਿਬ ਤੇ ਗੁਰੂ ਅਮਰਦਾਸ ਵਰਗੀ ਸ਼ਖਸੀਅਤ ਤੋਂ ਵੀ ਚੰਗਾ ਆ? ਦੱਸੋ। ਜੇ ਚੰਗਾ ਆ, ਬੰਦਾ ਕਹੇਗਾ ਡੈਫੀਨੇਟਲੀ ਅਸੀਂ ਤੇ ਨੇੜੇ ਤੇੜੇ ਵੀ ਨਹੀਂ ਹੈਗੇ, ਤੇ
ਗੁਰੂ ਰਾਮਦਾਸ ਸਾਹਿਬ ਦੇ ਚਰਨਾਂ ਦੀ ਧੂੜ ਵੀ ਨਹੀਂ ਹੈਗੇ। ਅਸੀਂ ਮਾਤਾ ਭਾਨੀ ਦੇ ਜਿਹੜਾ ਹੈਗਾ ਉੱਤੇ ਅਸੀਂ ਕੋਲ ਵੀ ਨਹੀਂ ਜਾ ਸਕਦੇ। ਅੱਛਾ, ਜੇ ਉਹਨਾਂ ਦੇ ਵਿਹੜੇ ਦੇ ਵਿੱਚ ਬਾਬਾ ਪ੍ਰਿਥੀ ਚੰਦ ਜੀ ਆ ਰਹੇ ਨੇ, ਕੀ ਕਹੋਗੇ? ਮਤਲਬ ਐਸਾ এনवायरमेंट, ਅਸੀਂ ਕਹਿੰਦੇ ਵੀ ਆਰ ਆਲ ਦ ਬਾਈ ਪ੍ਰੋਡਕਟ ਆਫ ਆਵਰ এনवायरमेंट्स। ਆ ਇੱਥੇ ਕੀ ਬਾਤ ਬਣੀ ਹੈ? ਇਹ ਗੁਰੂ ਨਾਨਕ ਸਾਹਿਬ ਦਾ ਦੇਖੋ, ਇਹ ਬਚਨ ਹੈ ਬਾਣੀ ਦੇ। ਮਹਾਰਾਜ ਕਹਿੰਦੇ ਯੂਨੀਵਰਸਲ ਲਾ ਦੇ ਵਿੱਚ ਆ ਪੋਸੀਬਿਲਿਟੀ ਮੌਜੂਦ ਆ ਤੇ ਰਹੇਗੀ ਹਮੇਸ਼ਾ। ਆਲਾ ਦੁਆਲਾ ਜੈਸਾ ਮਰਜ਼ੀ ਹੋਏ, ਹੋ ਸਕਦਾ ਕਾਲੀ ਰਾਤ ਹੋਏ, ਚਿੱਟੀਆਂ ਚੀਜ਼ਾਂ ਕਾਲੀਆਂ ਨਹੀਂ ਹੋਣਗੀਆਂ, ਚਿੱਟੀਆਂ ਹੀ ਰਹਿਣਗੀਆਂ, ਜੈਸਾ ਮਰਜ਼ੀ ਹੋ ਜਾਏ ਸਮਾਂ। ਹੋਰ ਦੇਖੋ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੇ ਦੀ ਵਿਆਖਿਆ ਕਮਾਲ ਹੈ। ਮੈਂ ਤਾਂ ਪਹਿਲੇ ਬੇਨਤੀ ਕੀਤੀ, ਬੰਦੇ ਦਾ ਹੋ ਹੀ ਨਹੀਂ ਸਕਦਾ ਬੰਦਾ ਮੂਵ ਨਾ ਕਰੇ। ਬੰਦੇ ਦੀ ਸੁਰਤ ਜਿਹੜੀ ਹੈ ਉਹ ਹਾਇਰ ਲੈਵਲ ਤੇ ਚਲੀ ਜਾਂਦੀ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਬੜੇ ਕਮਾਲ ਦੀਆਂ ਹਰ ਇੱਕ ਜਗ੍ਹਾ ਐਗਜ਼ਾਮਪਲਸ ਕਰਦੇ। ਉਹ ਕਹਿੰਦੇ ਕਿ ਜਿਵੇਂ ਅਸੀਂ ਦੇਖਦੇ ਹਾਂ ਕਿ ਭਾਰਤੀ ਸੋਚ ਮੰਡਲ ਦੇ ਵਿੱਚ ਜਾਂ ਉਹਨਾਂ ਦੇ ਵਿਸ਼ਵਾਸਾਂ ਦੇ ਵਿੱਚ ਉਹ ਕਹਿੰਦੇ ਕਿ ਲੋਕੀ ਨਾ ਜਿਹੜੇ ਵਿਸ਼ਵਾਸ ਕਰਦੇ ਨੇ ਪੱਤਰੀਆਂ ਤੇ ਸਮੇਂ ਦੀਆਂ ਨਕਸ਼ਤਰ ਚਾਲਾਂ ਦੇ, ਬ੍ਰਾਹਮਣੀ ਸਾਰਾ ਜਿਹੜਾ ਉਹ ਕੌਨਸੈਪਟ ਹੈ ਸਾਰੇ ਦਾ ਸਾਰਾ। ਉਹ ਕਹਿੰਦੇ ਕਿ ਕਦੀ ਦੇਖੋ ਤੁਸੀਂ ਕਿ ਦੇਵ ਸੁੱਤ ਸ਼ਨਿਚਰ ਬਖਾਨੀ ਹੈ। ਜਿਹੜਾ ਦੇਵਤਾ ਸੁੱਤ ਆ, ਦੇਵ ਸੂਰਜ ਨੂੰ ਸਵੇਰੇ ਉੱਠ ਕੇ ਪਾਣੀ ਦੇਣਾ ਚਾਹੀਦਾ ਅੰਜਲੀ ਭਰ ਕੇ। ਉਹਦਾ ਸੁੱਤ ਸ਼ਨੀ, ਜਿਹੜਾ ਸ਼ਨੀਚਰ, ਸ਼ਨੀ ਦੇਵਤਾ ਜਿਹਨੂੰ ਕਹਿੰਦੇ ਆ। ਲੋਕੀ ਕਹਿੰਦੇ ਦੀ ਪਰਛਾਈ ਪੈ ਜੇ ਤੇ ਪਿੱਟ ਜਾਂਦਾ ਹੈ। ਕਈ ਵਾਰ ਬੰਦਾ ਕਹਿੰਦਾ ਨਾ ਇਹ ਖਾਨਦਾਨ ਹੀ ਮਾੜਾ ਹੈ ਜੀ, ਇਹ ਤੇ ਭਾਈ ਗੁਰਦਾਸ ਜੀ ਕਹਿੰਦੇ ਇੱਕ ਵਾਰੀ ਫਿਰ ਸੋਚੋ। ਦੈਂਤ ਸੁਧ ਭਗਤ ਪ੍ਰਹਿਲਾਦ ਬਖਾਨੀ ਹੈ। ਹਰਨਾਕਸ਼ ਕਹਿੰਦੇ ਉਹ ਤੇ ਰਾਖਸ਼ ਸੀਗਾ। ਜੇ ਇਹੀ ਚੀਜ਼ ਹੁੰਦੀ ਤੇ ਫਿਰ ਉਹਦੇ ਘਰ ਪ੍ਰਹਿਲਾਦ ਕਿਵੇਂ ਆ ਸਕਦਾ ਸੀਗਾ? ਇਹਦਾ ਮਤਲਬ ਕੁਦਰਤ ਦਾ ਇੱਕ ਆਪਣਾ ਨਿਜ਼ਾਮ ਹੈ। ਰਾਤ ਸਾਰੀ ਕਾਲੀ ਹੋਏ, ਜਿਹੜੀ ਚੀਜ਼ ਚਿੱਟੀ ਉਹ ਚਿੱਟੀ ਰਹੇਗੀ, ਉਹ ਕਾਲੀ ਨਹੀਂ ਹੋ ਜਾਏਗੀ ਰਾਤ ਦੇ ਕਾਲੇ ਹੋਣ ਕਰਕੇ। ਦਿਨ ਜਿੰਨਾ ਮਰਜ਼ੀ ਚਿੱਟਾ ਤੇ ਲਾਲ ਹੋਏ, ਜਿਹੜੀ ਚੀਜ਼ ਕਾਲੀ ਆ ਉਹ ਕਾਲੀ ਰਹੇਗੀ, ਦਿਨ ਦੇ ਪ੍ਰਭਾਵ ਹੇਠ ਉਹ ਚਿੱਟੀ ਨਹੀਂ ਹੋਏਗੀ। ਇਹ ਕੁਦਰਤ ਦਾ ਵੱਡਾ ਨਿਜ਼ਾਮ ਹੈ। ਇਹ ਬੰਦੇ ਨੂੰ ਰੈਸ਼ਨਲ ਸਾਈਡ ਤੋਂ ਗੁਰੂ ਸਾਹਿਬ ਐਗਜ਼ਾਮਪਲ ਕਰ ਰਹੇ ਨੇ। ਇੱਥੇ ਸੰਗਤ ਦਾ ਅਹਿਸਾਸ ਦੇਖੋ। ਮਤਲਬ ਜਿਹੜਾ ਦੇਵ ਸੁਤ ਜਗਤ ਮੈਂ ਸ਼ਨਿਚਰ ਬਖਾਨੀ ਹੈ, ਜਿਹੜਾ ਦੇਵ ਦਾ ਸੁੱਤ ਹੈ ਉਹ ਸ਼ਨਿਚਰ ਬਖਾਨਿਆ ਜਾ ਰਿਹਾ। ਦੈਨ ਸੁਤ ਭਗਤ ਪ੍ਰਹਿਲਾਦ, ਉਹ ਜਿਹੜਾ ਦੈਨ ਦਾ ਸੁੱਤ ਹੈ ਉਹ ਭਗਤ ਪ੍ਰਹਿਲਾਦ ਅਖਵਾ ਰਿਹਾ ਉਸ ਰੂਪ ਦੇ ਵਿੱਚ। ਫਿਰ ਐਗਜ਼ੈਕਟਲੀ ਹੋਰ ਬਹੁਤ ਸਾਰੀਆਂ ਮਿਸਾਲਾਂ ਲਿਟਰੇਚਰ 'ਚ ਡਿਫਰੈਂਟ ਲੈਵਲ 'ਤੇ ਮਿਲਦੀਆਂ। ਹੁਣ ਅੱਜ ਦੇ ਦੌਰ 'ਚ ਲੈ ਆਈਏ ਅਸੀਂ। ਮੈਂ ਫਿਰ ਬੇਨਤੀ ਕਰਾਂਗਾ, ਕੁਛ ਕੁਦਰਤ ਖੇਡਦੀ ਹੈ, ਇਸੇ ਲਈ ਅਸੀਂ ਅਰਦਾਸਾਂ ਵੀ ਕਰਦੇ ਹਾਂ, ਮੱਥੇ ਵੀ ਟੇਕਦੇ ਹਾਂ। ਕੇਵਲ ਬੰਦਾ ਕਹਿ ਦਿੰਦਾ ਨਾ ਵੀ ਛੱਡੋ ਪਰਾਂ, ਬਾਣੀ ਤੇ ਕਹਿ ਰਹੀ ਹੈ, ਬਸ ਸਭ ਰੈਸ਼ਨਲ ਸਾਈਡ ਤੇ ਤਰਕਸ਼ੀਲਤਾ ਤੇ ਬਹੁਤ ਜ਼ੋਰ ਦਿੰਦੇ ਹਾਂ ਅਸੀਂ। ਖੁਦ ਮੈਂ ਆਪ ਵੀ ਚਾਹਾਂ ਬੜਾ ਤਾਰਕਿਕ ਤਰੀਕੇ ਨਾਲ ਸਾਰੀ ਗੱਲ ਸਮਝਦਾ ਕਰਦਾ ਹਾਂ। ਪਰ ਜਿਹੜਾ ਬਲੀਵ ਹੈ, ਜਿਹੜਾ ਵਿਸ਼ਵਾਸ ਹੈ, ਜਿਹੜੀ ਅਕੀਦਤ ਹੈ, ਉਸ ਨੂੰ ਤੁਸੀਂ ਮਾਈਨਸ ਨਹੀਂ ਕਰ ਸਕਦੇ ਕੁਦਰਤ ਦੀ ਖੇਡ ਦੇ ਵਿੱਚ। ਤੇ ਇਹ ਅੱਜ ਕੱਲ੍ਹ ਸਾਡੇ ਮੈਂਟਲ ਹੈਲਥ ਦੇ ਵਿੱਚ ਖਾਸ ਕਰਕੇ ਜਿਹੜੀਆਂ ਨਿਊਰੋਲੋਜੀ ਦੀਆਂ ਸਟੱਡੀਜ਼ ਵਿੱਚ ਬਹੁਤ ਸਾਰੀਆਂ ਚੀਜ਼ਾਂ ਐਸੀਆਂ ਆ ਰਹੀਆਂ ਨੇ ਜਿਹੜੀਆਂ ਦੱਸ ਰਹੀਆਂ ਨੇ ਕਿ ਸਾਡੇ ਜਿਹੜੇ ਨਿਊਰੋ ਟਰਾਂਸਮੀਟਰਸ ਨੇ, ਜਿਹੜਾ ਸਾਡਾ ਬ੍ਰੇਨ ਦੀ ਕੰਪਲੈਕਸਿਟੀ ਹੈਗੀ ਹੈ, ਉਹ ਇਸ ਲੈਵਲ ਤੇ ਹੈ ਵੀ ਸਭ ਕੁਝ ਪਤਾ ਲੱਗ ਕੇ ਵੀ ਕੁਝ ਨਹੀਂ ਪਤਾ ਲੱਗ ਪਾ ਰਿਹਾ ਵੀ ਉਹ ਕਿਵੇਂ ਐਕਟ ਕਰਦੇ ਨੇ। ਕਈ ਵਾਰ ਸੇਮ ਸਿਨੈਰੀਓ ਦੇ ਵਿੱਚ ਬ੍ਰੇਨ ਦੇ ਕੈਮੀਕਲਸ ਇੱਕ ਲੈਵਲ ਤੇ ਡਿਫਰੈਂਟ ਚਲੇ ਜਾਂਦੇ ਨੇ, ਕਈ ਵਾਰ ਸੇਮ ਸਿਨੈਰੀਓ 'ਚ ਦੂਜੀ ਜਗ੍ਹਾ ਚਲੇ ਜਾਂਦੇ ਨੇ। ਇਹ ਕੀ ਹੈ? ਕੋਈ ਵੱਡੀ ਕੁਦਰਤ ਦੀ ਖੇਡ ਚੱਲ ਰਹੀ ਹੈ। ਕਈ ਵਾਰ ਸਾਡੇ ਜਿਹੜੇ ਨਿਊਰੋ ਟਰਾਂਸਮੀਟਰਸ ਨੇ, ਰਿਸੈਪਟਰਸ ਨੇ, ਉਹ ਕੋਈ ਵੀ ਜਿਵੇਂ ਇਲੈਕਟ੍ਰਿਕ ਵੇਵ ਹੁੰਦੀ ਹੈ, ਮੈਸੇਜ ਕੋਈ ਆਉਂਦਾ, ਮੈਸੇਜ ਜਨਰੇਟ ਹੁੰਦਾ ਸਾਡੇ ਬ੍ਰੇਨ 'ਚ, ਅਤੇ ਉਹ ਇੱਕਦਮ ਪਿਕ ਕਰ ਲੈਂਦਾ, ਉਹਨੂੰ ਮੈਮਰੀ 'ਚ ਪਾ ਦਿੰਦਾ, ਉਹਨੂੰ ਸਾਡੇ ਲਿੰਬਿਕ ਪਾਰਟ ਦੇ ਵਿੱਚ ਐਸੀ ਜਗ੍ਹਾ 'ਤੇ ਲੈ ਹੁੰਦਾ ਹੈ, ਐਸਾ ਜਿਹੜਾ ਹੈਗਾ ਇਲੈਕਟ੍ਰਿਕ ਵੇਵ ਜਨਰੇਟ ਕਰਦਾ ਹੈ ਕਿ ਉਹ ਇੱਕਦਮ
ਸਾਡੇ ਸਾਰੇ ਅੰਦਰਲੇ ਸਰੀਰ ਤਰੰਗਾਂ ਪੈਦਾ ਹੋ ਜਾਂਦੀਆਂ, ਸਾਡੇ ਹੱਥ ਪੈਰ ਕਹਿੰਦੇ ਵੀ ਆਹ ਕੰਮ ਕਰਨਾ, ਬਿਲਕੁਲ ਵਿਲ ਪਾਵਰ ਤਗੜੀ ਹੋ ਜਾਂਦੀ, ਬੰਦਾ ਕੰਮ ਕਰਨ ਲਈ ਤਿਆਰ ਹੋ ਜਾਂਦਾ। ਕਈ ਵਾਰੀ ਐਸੀ ਉਹਦੇ 'ਚੋਂ ਇੱਕ ਵੇਵ ਆਉਂਦੀ ਇਸ ਤਰੀਕੇ ਦੇ ਨਾਲ, ਜੋ ਮਰਜ਼ੀ ਹੋ ਜਾਏ, ਹੱਥ ਪੈਰ ਇਹ ਕਹਿੰਦੇ ਕਰਨਾ ਹੀ ਨਹੀਂਗਾ, ਵਿਲ ਪਾਵਰ ਹੀ ਨਹੀਂ ਹੈ, ਇੱਛਾ ਸ਼ਕਤੀ ਨਹੀਂ ਹੈ। ਸੋ ਇਹਦੇ ਉੱਤੇ ਤਾਂ ਕੋਈ ਕੈਮੀਕਲ, ਕੋਈ ਦਵਾਈ, ਕੋਈ ਮੈਡੀਸਿਨ, ਵੀ ਡੋਂਟ ਹੈਵ ਐਨੀਥਿੰਗ ਫॉर दैट। ਜੇ ਹੁੰਦੀ ਤੇ ਜ਼ਰੂਰ ਜਿਹੜੀ ਉਹ ਬ੍ਰੇਨ 'ਚ ਪਾ ਦਿੱਤੀ ਜਾਂਦੀ। ਜਿੰਨਾ ਅੱਜ ਅਸੀਂ ਔਟਿਜ਼ਮ ਦੇ ਨਾਲ ਦੋ ਚਾਰ ਹੋ ਰਹੇ ਹਾਂ ਬੱਚਿਆਂ ਦੇ ਵਿੱਚ, ਯੰਗ ਬੱਚਿਆਂ, ਮਾਈ ਗੁੱਡਨੈਸ, ਜਿੰਨੇ ਅੱਜ ADD, ADHD, OCD ਇਹਦੀਆਂ ਗੱਲਾਂ ਹੋ ਰਹੀਆਂ ਨੇ, ਪਹਿਲਾਂ ਤਾਂ ਕਦੀ ਵੀ ਨਹੀਂ ਹੋਈਆਂ। ਅੱਜ ਅਸੀਂ ਕਹਿੰਦੇ ਅਸੀਂ ਮੈਡੀਕਲ ਦੇ ਬੜੇ ਪਰਫੈਕਟ ਮਾਡਲ ਦੇ ਨੇੜੇ ਹੈਗੇ ਆ। ਭਾਈ ਗੱਲ ਇਹ ਹੈ, ਅਸੀਂ ਜਿਹੜੀ ਅਸਲ ਐਕਸਰਸਾਈਜ਼ ਸੀ ਜੀਵਨ ਦੀ, ਉਸ ਨੂੰ ਭੁਲਾਈ ਜਾ ਰਹੇ ਹਾਂ। ਸਾਡੇ ਤਾਂ ਆਪ ਨੂੰ ਸ਼ਾਇਦ ਪਤਾ ਹੋਏਗਾ, ਘਰਾਂ ਦੇ ਵਿੱਚ ਐਕਸਰਸਾਈਜ਼ ਇਹ ਹੁੰਦੀ ਸੀ, ਬੱਚਾ ਪੈਦਾ ਹੋਇਆ, ਬੱਚੇ ਨੂੰ ਚੱਕਿਆ, ਗੁਰਦੁਆਰੇ ਲੈ ਗਏ, ਮੱਥਾ ਟੇਕਿਆ, ਅਰਦਾਸਾਂ ਕੀਤੀਆਂ, ਇਸ ਕਿਸਮ ਦੇ ਨਾਲ, ਤੇ ਵਿਸ਼ਵਾਸ ਇਹ ਰੱਖਿਆ ਮਾਲਕ ਤੌਫੀਕੀਅਤ ਦੇਗਾ। ਭਾਈ ਸਾਡੀ ਤੇ ਜਿਹਨੂੰ ਮੈਂ ਕਈ ਵਾਰੀ ਸੂਫੀਆਂ ਦੇ ਰੰਗ 'ਚ ਪੜ੍ਹਦਾ ਨਾ, ਕਿ ਮਾਲੀ ਦਾ ਕੰਮ ਪਾਣੀ ਪਾਉਣਾ, ਭਰ ਭਰ ਮਸ਼ਕਾਂ ਪਾਵੇ। ਮਾਲੀ ਇੰਨਾ ਕੰਮ ਹੀ ਕਰ ਸਕਦਾ ਹੈ। ਮਾਲੀ ਬੂਟਾ ਲਾਏਗਾ, ਬੀਜ ਲਾਏਗਾ, ਗੋਡੀ ਕਰੇਗਾ, ਖਾਦ ਪਾਏਗਾ, ਰੇਹ ਪਾਏਗਾ, ਪਾਣੀ ਪਾਏਗਾ, ਪਰ ਮਾਲੀ ਇਹ ਕੰਮ ਨਹੀਂ ਕਰ ਸਕਦਾ ਕਿ ਉਹਨੂੰ ਫਲ ਲਾ ਦੇ। ਹਾਲਾਂਕਿ ਅੱਜ ਦੇ ਦੁਨੀਆ 'ਚ ਬੰਦਾ ਕਹਿ ਸਕਦਾ ਨੋ ਵੀ ਕੈਨ ਐਕਚੁਅਲੀ ਇਵਨ ਮੋਡੀਫਾਈ ਐਨੀ ਟਾਈਪ ਆਫ ਸੀਡਸ, ਸਭ ਚੀਜ਼ਾਂ ਅੱਜ ਕੱਲ੍ਹ ਅਸੀਂ ਕਹਿੰਦੇ ਨੇ ਕਿ ਅਸੀਂ ਜਿਹੜਾ ਆ ਉਹ ਕਰ ਦਿੱਤਾ ਹੈਗਾ ਆ, ਸੀਡਸ ਦੀ ਮੋਡੀਫਿਕੇਸ਼ਨ ਕਰ ਦਿੱਤੀ ਹੈ ਅਸੀਂ ਹਰ ਆਰਗੇਨਿਜ਼ਮ ਦੇ ਉੱਤੇ ਇਸ ਤਰੀਕੇ ਨਾਲ ਲੈ ਆਉਂਦਾ ਹੈ। ਪਰ ਸੱਚਾਈ ਇਹ ਹੈ, ਜੇ ਅਸੀਂ ਮਦਰ ਨੇਚਰ ਦੇ ਲਾ ਦੇ ਅਕੋਰਡਿੰਗਲੀ ਚੱਲਦੇ ਹਾਂ, ਤੇ ਭਾਈ ਹਕੀਕੀ ਰੂਪ ਦੇ ਵਿੱਚ ਬੰਦਾ ਸਭ ਕੁਝ ਕਰਕੇ ਵੀ ਅਸਮਰੱਥ ਹੈ। ਇੱਥੇ ਕਿਹਾ ਮਾਲੀ ਦਾ ਕੰਮ ਪਾਣੀ ਪਾਉਣਾ, ਭਰ ਭਰ ਮਸ਼ਕਾਂ ਪਾਵੇ, ਮਾਲਿਕ ਦਾ ਕੰਮ ਫਲ ਫੁੱਲ ਲਾਉਣਾ, ਲਾਵੇ ਜਾਂ ਨਾ ਲਾਵੇ, ਇਹ ਉਹਦੇ ਵੱਸ ਹੈ। ਸੰਗਤ ਕਰੋ, ਸੋਬਤ ਕਰੋ, ਪਰ ਇਹ ਵੀ ਅਹਿਸਾਸ ਰੱਖੋ, ਕੱਲਾ ਬਾਹਰ ਦਾ ਪ੍ਰਭਾਵ ਤੁਹਾਡਾ ਰੰਗ ਨਹੀਂ ਬਦਲੇਗਾ। ਕੱਲੀਆਂ ਬਾਹਰ ਦੀਆਂ ਚੀਜ਼ਾਂ ਅੰਦਰ ਤਬਦੀਲ ਨਹੀਂ ਕਰ ਪਾਉਣਗੀਆਂ। ਮੈਂ ਫਿਰ ਬੇਨਤੀ ਕਰਾਂਗਾ, ਮੈਂ ਤੇ ਰੋਜ਼ ਇਸ ਚੀਜ਼ ਨਾਲ ਦੋ ਚਾਰ ਹੁੰਦਾ ਵਾਂ, ਕਾਉਂਸਲਿੰਗ ਦੇ ਜ਼ਰੀਏ, ਸਭ ਚੀਜ਼ਾਂ ਦੇ ਜ਼ਰੀਏ, ਤੇ ਮਾਫੀ ਮੰਗਾਂਗਾ, ਮੈਂ ਕਿਸੇ ਨੂੰ ਜੱਜ ਨਹੀਂ ਕਰਦਾ ਇਹਦੇ ਉੱਤੇ। ਇਹ ਚੀਜ਼ਾਂ ਮੈਨੂੰ ਆਪਣੇ ਆਪ ਨੂੰ ਸਮਝਣ 'ਚ ਮਦਦ ਕਰਦੀਆਂ ਨੇ। ਮੈਂ ਅਹਿਸਾਸ ਦਾ ਇਹ ਚੀਜ਼ਾਂ ਕਿੱਥੋਂ ਆ ਰਹੀਆਂ ਨੇ, ਕਿਸ ਰੂਪ ਵਿੱਚ ਹੋ ਰਿਹਾ ਹੈ। ਅਬ ਦੇਖੋ, ਇੱਕ ਬੱਚਾ ਇੱਕ এনवायरमेंट 'ਚ ਪਲਿਆ, ਵੱਡਾ ਹੋ ਰਿਹਾ, ਆਲੇ ਦੁਆਲੇ ਨੂੰ ਆਬਜ਼ਰਵ ਕਰਦਾ, ਚੀਜ਼ਾਂ ਸਿੱਖ ਲੈਂਦਾ, ਸਿੱਖ ਕੇ ਉਹਦੇ ਮੁਤਾਬਕ ਆਪਣੇ ਜੀਵਨ ਨੂੰ ਚੇਂਜ ਕਰ ਲੈਂਦਾ। ਪੋਲਾਈਟਲੀ ਬੋਲਦਾ ਆ ਕਿਸੇ ਦੇ ਨਾਲ, ਬੜਾ ਸਲੀਕੇ ਨਾਲ ਰਹਿੰਦਾ ਆ, ਪਰਿਵਾਰ ਦੇ ਨਾਲ ਸਹੀ ਢੰਗ ਨਾਲ ਰਹਿੰਦਾ ਆ। ਹੁੰਦਾ ਕਿ ਇੱਕ ਦਿਨ ਆਪਣੀ ਫੈਮਿਲੀ ਲਾਈਫ ਵਿੱਚ ਜਾਂਦਾ, ਜਦੋਂ ਜਾਂਦਾ ਹੈ ਸੇਮ ਜਿਹੜਾ ਚਾਈਲਡਹੁੱਡ ਕਿਤੇ ਟਰਾਮਾ ਚੱਲਿਆ ਸੀਗਾ, ਕੋਈ ਚੀਜ਼ ਹੋਈ ਸੀਗੀ, ਹੁਣ ਕੀ ਹੋਇਆ, ਜਦੋਂ ਆਪਣੀ ਫੈਮਿਲੀ ਲਾਈਫ 'ਚ ਵਾਪਸ ਆਇਆ, ਹੁਣ ਉਹੋ ਜਿਹੇ ਸਰਕਮਸਟੈਂਸਸ ਦੁਬਾਰਾ ਬਣੇ, ਹੁਣ ਖੁਦ ਨੂੰ ਨਹੀਂ ਪਤਾ, ਇੱਕਦਮ ਡਿਫਰੈਂਟ ਪਰਸਨੈਲਿਟੀ ਆ ਰਹੀ ਹੈ। ਖੁਦ ਕਹਿ ਰਿਹਾ, ਆਈ ਐਮ ਟੋਟਲੀ ਸਰਪ੍ਰਾਈਜ਼, ਵਾਈ ਐਮ ਸੋ ਮਚ ਐਕਚੁਅਲੀ moody kind of person now, how these things are coming to me। ਭਾਈ ਤੇਰੇ ਤੂੰ ਜਿਹੜਾ ਜੋ ਕੁਝ ਸਿੱਖਿਆ, ਇਹ ਲਰਨਿੰਗ ਬਿਹੇਵੀਅਰ ਸਾਰਾ ਦਾ ਸਾਰਾ ਠੀਕ ਸੀਗਾ, ਪਰ ਇੱਕ ਕੁਝ ਚੀਜ਼ ਤੇਰੀ ਫਾਈਬਰ 'ਚ ਗਈ ਹੈ ਅਨਕੌਂਸ਼ੀਅਸ ਲੈਵਲ ਤੇ। ਜਦੋਂ 1 ਸਾਲ ਦੇ, 1.5 ਸਾਲ ਦੇ, 2 ਸਾਲ ਦੇ, 3 ਸਾਲ ਦੇ, 4 ਸਾਲ ਦੇ ਬੱਚੇ ਦੇ ਬਾਹਰ ਕੋਈ ਵਸ ਨਹੀਂ ਸੀਗਾ, ਉਹ ਇੱਕ ਸਰਵਾਈਵਲ ਦੇ ਵਿੱਚ ਜਿਹੜੀ ਉਹਨੇ ਕਿੱਟ ਅਡਾਪਟ ਕੀਤੀ ਸਰਵਾਈਵ ਕਰਨ ਵਾਸਤੇ, ਰੋਣਾ ਸੀਗਾ, ਯੈਲ ਕਰਨਾ ਸੀਗਾ, ਨੈਗਿੰਗ ਕਰਨੀ ਸੀਗੀ, ਗਾਲਾਂ ਕੱਢ, ਕੋਈ ਐਨੀਥਿੰਗ ਦੈਟ ਇਜ਼ ਕਮਿੰਗ ਨਾਓ, ਬਿਕੋਜ਼ এনवायरमेंट ਦੁਬਾਰਾ ਫਿਰ ਉਵੇਂ ਦਾ ਆ ਗਿਆ। ਉਹ ਜਿਹੜੇ ਬੀਜ 'ਚ ਪਿਆ ਸੀ, ਬੀਜ ਵਟਕ ਮੈਂ ਰਵ ਰਹੇ ਹੋ, ਉਹ ਬਾਹਰ ਆ ਰਿਹਾ, ਹੁਣ ਉਹਦੀ ਆਮਦ ਹੋ ਰਹੀ ਹੈ ਬਾਹਰ ਉਸ ਰੂਪ ਦੇ ਵਿੱਚ। ਸੋ ਇਹ ਹੈ, ਇਸ ਲਈ ਹਰ ਲੈਵਲ ਤੇ ਇਹੋ ਚੀਜ਼ ਆ ਕਿ ਜਿਹੜਾ ਸੰਗਤ ਦਾ ਅਸਰ ਆ ਉਹ ਹੈ, ਜ਼ਰੂਰ ਹੈ, ਪਰ ਕਈ ਸਿਨੈਰੀਓ ਦੇ ਵਿੱਚ ਉਸ ਤਰ੍ਹਾਂ ਵਰਕ ਨਹੀਂ ਕਰਦਾ ਜਿਵੇਂ ਅਸੀਂ ਸਮਝਦੇ ਹਾਂ। ਗੁਰੂ ਨਾਨਕ ਸਾਹਿਬ ਇਹ ਬਚਨ ਇੱਥੇ ਬਿਆਨ ਕਰਦੇ ਕਿ ਭਲੇ ਬੰਦੇ ਰਾਤੀ ਹੋਵਣ ਕਾਲੀਆਂ ਸੂਪੇਦਾਂ ਸੇਵਨ, ਰਾਤ ਜਿੰਨੀ ਮਰਜ਼ੀ ਕਾਲੀ ਹੈ, ਚਿੱਟੀ ਚੀਜ਼ ਫਿਰ ਚਿੱਟੀ ਹੈ, ਰਾਤ ਦੇ ਹਨੇਰੇ 'ਚੋਂ ਕਾਲੀ ਨਹੀਂ ਹੋ ਗਈ। ਫਿਰ ਕਿਆ ਦੇਹ ਬੱਗਾ ਤਪੈ ਕਣਾ, ਕਾਲਿਆਂ ਕਾਲੇ ਵਨ, ਦਿਨ ਤਪ ਰਿਹਾ ਹੈ, ਬਿਲਕੁਲ ਦੁਪਹਿਰੀ ਤਪ ਰਹੀ ਹੈ, ਲਾਲ ਹੈ, ਚਿੱਟਾ ਹੈ, ਪਰ ਜਿਹੜੀ ਕਾਲੀ ਚੀਜ਼ ਉਹ ਫਿਰ ਕਾਲੀ ਹੈ, ਉਹ ਚਿੱਟੀ ਨਹੀਂ ਹੋ ਗਈ ਉਸ ਰੂਪ ਦੇ ਵਿੱਚ। ਹੁਣ ਅੱਗੇ ਕਿਆ,
अंधे अकली बाहरे मूर्ख अंध ज्ञान, अंधे अकली बाहरे। अकल ਅਸੀਂ ਕਹਿੰਦੇ ਕਮਾਉਣ ਦੀ ਚੀਜ਼ ਹੈ, ਬਿਲਕੁਲ ਠੀਕ ਹੈ, ਪਰ ਕਮਾਉਣ ਵਾਸਤੇ ਵੀ ਤੇ ਕੁਝ ਬੇਸਿਕ ਲੈਵਲ ਦੀ ਪੂੰਜੀ ਚਾਹੀਦੀ ਹੈ ਨਾ। ਜੇ ਉਹ ਹੈ ਹੀ ਨਹੀਂ, ਜੇ ਬੁਨਿਆਦੀ ਤੌਰ ਤੇ ਕੁਝ ਅਕਲ ਨਹੀਂ ਹੈ, ਬਾਹਰੋਂ ਕਿੱਥੋਂ ਕਮਾ ਲਵਾਂਗੇ। ਆਪ ਦੇਖਦੇ ਹੋ ਨਾ, ਕਿਤਾਬਾਂ ਅਕਲਾਂ ਨਾਲ ਭਰੀਆਂ ਪਈਆਂ ਨੇ, ਯੂਨੀਵਰਸਿਟੀਜ਼ ਅਕਲਾਂ ਵੰਡ ਰਹੀਆਂ ਨੇ, ਇੰਸਟੀਟਿਊਸ਼ਨਸ ਵੰਡ ਰਹੇ, ਸਭ ਕੁਛ ਕੌਣ ਲੈ ਰਿਹਾ? ਸਾਡੇ ਇਸ ਕੈਨੇਡੀਅਨ ਇਨਵਾਇਰਮੈਂਟ ਦੇ ਵਿੱਚ ਜਿਹੜਾ ਲੰਡਨ ਇੰਸੀਡੈਂਟ ਵੀ ਹੋਇਆ ਹੈ, ਉਹਦੇ ਤੁਸੀਂ ਕਾਰਨ ਦੇਖੋ, ਬਹੁਤ ਹਜੇ ਤੇ ਸਟੱਡੀ ਸ਼ਾਇਦ ਹੋਣ ਉਹਦੇ ਤੇ ਡੀਪ ਲੈਵਲ ਤੇ। ਲੰਡਨ ਸ਼ਹਿਰ ਜਿਹੜਾ ਹੈ ਐਕਚੁਅਲ ਲੈਵਲ ਤੇ ਐਜੂਕੇਸ਼ਨ ਦੀ ਹੱਬ ਹੈ, ਐਜੂਕੇਸ਼ਨ ਇੰਸਟੀਟਿਊਸ਼ਨ ਦੇ ਵਿੱਚ ਵਿਚਕਾਰੋਂ ਜਿਹੜਾ ਉਹ ਰਿਵਰ ਲੰਘਦਾ ਹੈ। ਮੈਂ ਕਈ ਵਾਰੀ ਉੱਥੇ ਜਾਂਦਾ ਤੇ ਬੱਚਿਆਂ ਨੂੰ ਮੈਂ ਦੇਖਦਾ ਉੱਥੇ ਯੂਨੀਵਰਸਿਟੀ ਕੈਂਪਸ ਦੇ ਵਿੱਚ, ਤੇ ਮੈਨੂੰ ਮਹਿਸੂਸ ਹੁੰਦਾ ਹੈ ਵੀ ਰਿਵਰ ਨਹੀਂ ਗਾ ਅਸਲ ਦੇ ਵਿੱਚ, ਦਿਸ ਇਜ਼ ਐਕਚੁਅਲੀ ਸਟਰੀਮ ਆਫ ਐਜੂਕੇਸ਼ਨ ਜਿਹੜਾ ਉਹ ਸਾਰਾ ਹੈਗਾ। ਮੈਨੂੰ ਕਹਿੰਦਾ ਵੀ ਇਹ ਨਾ ਸਿੱਖਿਆ ਦਾ ਸਟਰੀਮ ਆ। ਤੁਸੀਂ ਇੱਥੇ ਆਉਂਦੇ ਹੋ ਤੇ ਇਸ ਤਰ੍ਹਾਂ ਕਹਿ ਲਓ ਕਿ ਦਰਿਆ ਵਗ ਰਿਹਾ, ਤੁਸੀਂ ਇਹ ਤੋਂ ਫਾਇਦਾ ਚੱਕ ਰਹੇ ਹੋ ਇਸ ਰੂਪ ਦੇ ਵਿੱਚ, ਤੇ ਦਰਿਆ ਤਾਂ ਸ਼ਹਿਰ ਵਿੱਚ ਵਗ ਰਿਹਾ। ਤੇ ਜੇ ਤੁਸੀਂ ਉੱਥੇ ਯੂਨੀਵਰਸਿਟੀ ਫੈਕਲਟੀਜ਼ ਵਿੱਚ ਜਾਓ ਜਾਂ ਯੂਨੀਵਰਸਿਟੀਜ਼ ਦੇ ਡਿਪਾਰਟਮੈਂਟਸ ਵਿੱਚ ਜਾਓ, ਸਟੂਡੈਂਟਸ ਜਿਹੜਾ ਹੈਗਾ ਉਹ ਉਸ ਲੈਵਲ 'ਤੇ ਉਹਨਾਂ ਦੇ ਡਾਟਾ ਬੇਸ 'ਤੇ ਜਾਓ, ਤੇ ਤੁਹਾਨੂੰ ਪਤਾ ਲੱਗੇਗਾ ਲੋਕਲ ਸਟੂਡੈਂਟ ਕਿੰਨਾ ਰਹਿ ਗਿਆ ਉੱਥੇ। ਹੁਣ ਇਹ ਕੀ ਹੈ? ਉੱਥੇ ਜਦੋਂ ਸਟੂਡੈਂਟਸ ਦੇ ਡੈਮੋਗ੍ਰਾਫਿਕਸ ਦੇਖਦੇ ਹੋ ਨਾ, ਜਿਹੜਾ ਹੇਟਡ ਤੇ ਜੈਲਸ ਦਾ ਪੱਖ ਹੈ ਨਾ, ਇਹ ਕਮਾਲ ਹੀ ਹੈ। ਵੀ ਸਪੋਜ਼ ਕਰੋ, ਮੈਂ ਮਾਫੀ ਮੰਗਾਂਗਾ, ਅਸੀਂ ਪੰਜਾਬ ਦੀ ਫਜ਼ਾਂ 'ਚ ਗੱਲ ਕਰਦੇ ਹਾਂ। ਉੱਥੇ ਨਾ ਕਾਫੀ ਸਮਾਂ ਪਹਿਲਾਂ ਮੈਂ ਜਦੋਂ ਪੜ੍ਹ ਰਿਹਾ ਸੀ ਚੰਡੀਗੜ੍ਹ ਦੇ ਚੋਂ, ਮੈਨੂੰ ਯਾਦ ਆ, ਪ੍ਰਵਾਸੀ ਮਜ਼ਦੂਰਾਂ ਦੇ ਖਿਲਾਫ ਲੋਕ ਅਕਸਰ ਗੱਲਾਂ ਬਹੁਤ ਕਰਦੇ ਹੁੰਦੇ ਸੀ, ਤੇ ਉਹਦੇ ਬਾਬਤ ਸਾਡੇ ਪ੍ਰੋਫੈਸਰ ਸਾਹਿਬ ਇੱਕ ਵਰਡ ਯੂਜ਼ ਕਰਦੇ ਸੀਗੇ। ਉਹ ਕਹਿੰਦੇ ਸੀਗੇ ਕਿ ਇਹਨਾਂ ਸਾਰਿਆਂ ਨੇ ਨਾ, ਇਹਨਾਂ ਸਾਰੇ ਜਿਹੜੇ ਪ੍ਰਵਾਸੀ ਮਜ਼ਦੂਰ ਇਹਨਾਂ ਦੇ ਖਿਲਾਫ ਇੱਕ ਰਾਗ ਅਲਾਪਦੇ ਨੇ। ਉਹ ਕਿਹੜਾ ਰਾਗ ਹੈ? ਤਿਉੜੀ ਰਾਗ। ਮੱਥੇ ਤੇ ਤਿਉੜੀਆਂ ਪਾਉਂਦੇ ਨੇ, ਮਤਲਬ ਇਹੀ ਰਾਗ ਹਰ ਵਕਤ, ਮਤਲਬ ਤਿਉੜੀ ਪਾ ਕੇ ਗੱਲ ਕਰਨੀ ਇਸ ਤਰੀਕੇ ਨਾਲ। ਉਹ ਕਹਿੰਦੇ ਤੁਸੀਂ ਮੁਸ਼ੱਕਤ ਕਰਨੀ ਛੱਡੀ ਜਾ ਰਹੇ ਹੋ, ਤੁਸੀਂ ਮਿਹਨਤ ਕਰਨੀ ਛੱਡੀ ਜਾ ਰਹੇ ਹੋ, ਤੁਸੀਂ ਇਸ ਤਰੀਕੇ ਦੇ ਨਾਲ ਚੀਜ਼ਾਂ ਨੂੰ ਤਿਆਗੀ ਜਾ ਰਹੇ ਹੋ। ਤੇ ਹੁੰਦਾ ਕੀ ਹੈ, ਇਹਨਾਂ ਲੋਕਾਂ ਨੂੰ ਉਹਦਾ ਐਕਸਪੋਜ਼ਰ ਵਧੀ ਜਾਂਦਾ ਹੈ, ਤੇ ਲੱਗਦਾ ਇਹ ਹੈ ਕਿ ਅਸੀਂ ਜਿਹੜੀ ਹੈ ਅਸੀਂ ਛੋਟੀਆਂ ਛੋਟੀਆਂ ਜੋਬਾਂ ਛੱਡਤੀਆਂ ਥੱਲੇ ਵਾਲੀਆਂ। ਐਕਚੁਅਲੀ ਲੈਵਲ ਤੇ ਅਸੀਂ ਇੱਕ ਸਟਰੀਮ ਛੱਡ ਰਹੇ ਹਾਂ ਪੂਰਾ। ਉਹ ਸਟਰੀਮ ਵਿੱਚ ਫਿਰ ਇਹ ਲੋਕ ਜਿਹੜੇ ਨੇ ਹੌਲੀ ਹੌਲੀ ਕਰਕੇ ਐਕਸਪੀਰੀਅੰਸ ਗੇਨ ਕਰਨਗੇ। ਸਭ ਮਦਰ ਨੇਚਰ ਦਾ ਲਾ ਆ, ਇਹਨੂੰ ਕੋਈ ਨਹੀਂ ਬਦਲ ਸਕਦਾ। ਆਪਾਂ ਜਿਵੇਂ ਕਈ ਵਾਰੀ ਲੁਬਾਣਾ ਬਰਾਦਰੀ ਦੀ ਗੱਲ ਕਰਦੇ ਹਾਂ, ਜੇ ਅਸੀਂ ਹਿਸਟੋਰੀਕਲੀ ਦੇਖੀਏ, ਮੈਂ ਕਾਫੀ ਉਹਦੇ ਬਾਰੇ ਸਟੱਡੀ ਕੀਤਾ ਪਿੱਛੇ, ਤੇ ਐਕਚੁਅਲ ਲੈਵਲ ਤੇ ਇਹ ਲੋਕ ਸ਼ੁਰੂਆਤ ਦੇ ਵਿੱਚ ਲੁਬਾਣ ਲਫ਼ਜ਼ ਜਿਹੜਾ ਲਵਣ ਤੋਂ ਬਣਿਆ, ਲੂਣ। ਬਾਕੀ ਤਾਂ ਸਾਰਾ ਕੁਝ ਖੇਤਾਂ 'ਚ ਪੈਦਾ ਹੁੰਦਾ ਸੀ, ਜਿਹੜੀ ਚੀਜ਼ ਬਾਹਰੋਂ ਆਉਂਦੀ ਸੀਗੀ ਉਹ ਲੂਣ ਸੀਗਾ। ਤੇ ਲੂਣ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਲਿਜਾਣ ਵਾਸਤੇ ਉਹਨੂੰ ਟਰਾਂਸਪੋਰਟ ਚਾਹੀਦੀ ਹੈ, ਉਹਦੇ 'ਚ ਲੌਜਿਸਟਿਕਸ ਇਨਵੋਲਵ ਹੋ ਗਏ। ਅਖੀਰ ਉਹ ਲੂਣ ਦੀਆਂ ਪੁੜੀਆਂ ਵੇਚਦੇ ਵੇਚਦਾ ਉਹ ਜਿਹੜਾ ਤਬਕਾ ਸੀਗਾ, ਸਮਾਜ ਦਾ ਹਿੱਸਾ ਸੀਗਾ, ਉਹ ਬਹੁਤ ਵੱਡੇ ਟਰਾਂਸਪੋਰਟਰ ਬਣ ਗਏ ਵਕਤ ਦੇ ਮੁਤਾਬਕ। ਵੱਡੇ ਵੱਡੇ ਟਾਂਡੇ ਉਹਨਾਂ ਕੋਲ, ਮਤਲਬ ਅਸੀਂ ਲੱਖੀ ਸ਼ਾਹ ਵਣਜਾਰਾ ਜਿਹਨੂੰ ਦੇਖਦੇ ਹਾਂ 700 ਗੱਡਿਆਂ ਦਾ ਮਾਲਕ। ਜੇ 700 ਗੱਡਿਆਂ ਦਾ ਮਾਲਕ ਹੈ, ਸਰਦਾਰ ਪਿਆਰਾ ਸਿੰਘ ਪਦਮ ਡਾਕਟਰ ਸਾਹਿਬ ਇਹ ਲਿਖਦੇ, ਉਹ ਕਹਿੰਦੇ 700 ਗੱਡਾ ਜਿਹਦੇ ਕੋਲ ਆ, ਤੇ ਉਹਦੇ ਕੋਲ ਐਟਲੀਸਟ 1400 ਬਲਦ ਹੋਏਗਾ, 1400 ਆਕਸਨਸ। ਉਸ ਵਕਤ ਦੇ ਵਿੱਚ ਇੰਝ ਕਹਿ ਲਓ, ਅੱਜ ਦੀ ਜ਼ਬਾਨ ਵਿੱਚ ਕਹਿ ਲਓ ਕਿ ਕਿਸੇ ਦੇ ਕੋਲ ਜਿਹੜਾ ਹੈਗਾ 700 ਕੰਟੇਨਰ ਹੋਏ ਤੇ 1400 ਟਰੈਕਟਰ ਹੋਏ। ਟਰੈਕਟਰ ਜਿਹੜਾ ਹੈਗਾ ਟ੍ਰੇਲਰ ਖਿੱਚਣ ਵਾਲਾ, ਉਹਦੇ ਕੋਲ ਇੰਨਾ ਟ੍ਰੇਲਰ 700 ਟ੍ਰੇਲਰ ਆ, ਤੇ ਉਸ ਨੂੰ ਰਿਮੂਵ ਕਰਨ ਵਾਸਤੇ 1400 ਦੇ ਕਰੀਬ ਜਿਹੜਾ ਹੈਗਾ ਉਹ ਟਰੈਕਟਰ ਜਿਹੜਾ ਲੈ ਕੇ ਤੁਰਿਆ ਫਿਰਦਾ। ਉਹ ਕਿੱਡੀ ਵੱਡੀ ਟਰਾਂਸਪੋਰਟੇਸ਼ਨ ਹੈ। ਸੇ ਚੀਜ਼ਾਂ ਕਿੱਥੋਂ ਛੋਟੇ ਜਿਹੇ ਰੂਪ ਤੋਂ ਸ਼ੁਰੂ ਹੁੰਦੀਆਂ, ਵੱਡੇ 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 ਲੈਵਲ ਤੇ ਪਹੁੰਚ ਗਈਆਂ। ਸੋ ਇਹਨਾਂ ਸਮਾਜਾਂ ਦੇ ਵਿੱਚ ਵੀ ਹੈ। ਜੇ ਆਪਾਂ ਦੇਖੀਏ ਕਿ ਇਸ ਸਮਾਜ 'ਚ ਹੇਟਰਟ ਹੋ ਰਹੀ ਹੈ, ਇਹ ਸਭ ਚੀਜ਼ਾਂ ਹੋ ਰਹੀਆਂ ਨੇ ਇਮੀਗ੍ਰਾਂਟਸ ਦੇ ਪ੍ਰਤੀ, ਵਿਜ਼ੀਬਲ ਮਾਈਨੋਰਿਟੀਜ਼ ਦੇ ਪ੍ਰਤੀ, ਸਭ ਕੁਝ। ਭਾਈ ਗੱਲ ਇਹ ਹੈ ਸਹੀ ਤਰੀਕੇ ਨਾਲ ਚੀਜ਼ਾਂ ਨੂੰ ਸਮਝਿਆ ਜਾਏ। ਬਲਕਿ ਹੁਣ ਤੇ ਸਮਾਂ ਆ ਇੱਥੋਂ ਦੇ ਲੀਡਰਸ਼ਿਪ, ਇੱਥੋਂ ਦੇ ਲੋਕ ਸਹੀ ਢੰਗ ਨਾਲ ਸਮਝਾਉਣ ਚੀਜ਼ਾਂ ਨੂੰ ਕਿ ਭਾਈ ਸੋਸ਼ਲ ਇਕੋਨਮੀ, ਸੋਸ਼ਲ ਅਸੀਂ ਡੈਮੋਕ੍ਰੇਸੀ ਪੈਦਾ ਕੀਤੀ ਸੀਗੀ, ਵੈਲਫੇਅਰ ਸਿਸਟਮ ਲਿਆਂਦਾ ਸੀ ਸਭ ਮਦਦਗਾਰ ਕਰਨ ਵਾਸਤੇ। ਪਰ ਜੇ ਸਮਾਜ ਦਾ ਇੱਕ ਹਿੱਸਾ ਸਿਰਫ ਸਰਕਾਰੀ ਫੈਸਿਲਿਟੀਜ਼ ਨੂੰ ਯੂਜ਼ ਹੀ ਕਰੀ ਜਾਏ ਤੇ ਆਪ ਉਸ ਤਰੀਕੇ ਨਾਲ ਜੋ ਕੰਟਰੀਬਿਊਸ਼ਨ ਬਣਦਾ ਇਕੋਨਮੀ ਦੇ ਚੋਂ ਨਹੀਂ ਪਾਏਗਾ,
ਉਹਨੂੰ ਇਕਨੋਮੀ ਜਦੋਂ ਬੂਮ ਕਰੇਗੀ ਬੈਨੀਫਿਟ ਵੀ ਨਹੀਂ ਮਿਲੇਗਾ। ਇਹਦੇ ਲਈ ਰਿਸਪੌਂਸਿਬਲ ਪੀਪਲ ਵਿਦ ਕਲਰ ਨਹੀਂ ਹੈ, ਪੀਪਲ ਵਿਦ ਡਿਫਰੈਂਟ ਡੈਮੋਗ੍ਰਾਫਿਕਸ ਇਹ ਨਹੀਂ ਹੈ। ਇਹਦੇ ਲਈ ਰਿਸਪੌਂਸਿਬਲ ਮਨੁੱਖ ਦਾ ਆਪਣਾ ਵਿਹਾਰ ਵੀ ਹੈ, ਉਹਦਾ ਐਟੀਟਿਊਡ ਵੀ ਹੈ। ਸੋ ਜਿਹੜੀ ਬਚਨ ਮੈਂ ਬੇਨਤੀ ਰੂਪ ਮੌਲਿਕ ਰੂਪ ਵਿੱਚ ਕਰ ਰਿਹਾ, ਗੁਰੂ ਨਾਨਕ ਸਾਹਿਬ ਬਿਆਨ ਕਰਦੇ ਭਾਈ ਅਕਲ ਵੰਡੀ ਵੀ ਜਾਂਦੀ ਹੋਏ, ਮੈਂ ਕਿਹਾ ਯੂਨੀਵਰਸਿਟੀ ਹੈ, ਅਕਲ ਵੰਡਣ ਦੀ ਜਗ੍ਹਾ ਐਡੀ ਵੱਡੀ, ਪਰ ਜੇ ਕੋਲ ਅਕਲ ਨਹੀਂ, ਵੰਡੀ ਜਾ ਰਹੀ ਅਕਲ ਵਿੱਚੋਂ ਵੀ ਅਕਲ ਨਹੀਂ ਲੈ ਸਕੋਗੇ ਤੁਸੀਂ। ਰਾਤ ਹਨੇਰਾ ਵੰਡ ਰਹੀ ਹੈ, ਜਿਨ੍ਹਾਂ ਨੇ ਹਨੇਰਾ ਨਹੀਂ ਲੈਣਾ ਉਹ ਨਹੀਂ ਲੈਣਗੇ। ਦਿਨ ਚਾਨਣ ਵੰਡ ਰਿਹਾ ਹੈ, ਜਿਨ੍ਹਾਂ ਨੇ ਚਾਨਣ ਨਹੀਂ ਲੈਣਾ ਉਹ ਨਹੀਂ ਲੈਣਗੇ। ਕਿਉਂ? ਕਿਉਂਕਿ ਉਹ ਚਾਨਣ ਲੈਣ ਵਾਸਤੇ ਵੀ ਤਾਂ ਅਕਲ ਚਾਹੀਦੀ ਹੈ ਨਾ। ਇਸ ਚੀਜ਼ ਨੂੰ ਸਮਝਿਆ ਜਾਏ। ਇੱਥੇ ਸਾਹਿਬ ਨੇ ਬਿਆਨ ਕੀਤਾ ਅੰਧੇ ਅਕਲੀ ਬਾਹਰੇ ਮੂਰਖ ਅੰਧ ਗਿਆਨ। ਉਹ ਮੂਰਖ ਨੇ, ਉਹ ਅੰਧ ਗਿਆਨ, ਉਹਨਾਂ ਨੂੰ ਉਸ ਲੈਵਲ ਦੀ ਸੋਝੀ ਨਹੀਂ ਹੈ। ਅਗਲਾ ਬਚਨ ਲਿਖਿਆ ਨਾਨਕ ਨਦਰੀ ਬਾਹਰੇ ਕਬਹਿ ਨਾ ਪਾਵੈ ਮਾਣ। ਇਹ ਨਾਨਕ ਰੱਬੀ ਨਦਰ ਤੋਂ ਬਾਹਰੇ ਲੋਕ ਮਾਣ ਨਹੀਂ ਪ੍ਰਾਪਤ ਕਰ ਸਕਦੇ। ਇਹ ਮਾਣ ਮਨੋਵਰ ਜਿਹੜਾ ਹੈ ਪੋਜੀਸ਼ਨਸ ਵਿੱਚ ਨਹੀਂ ਹੁੰਦਾ, ਹਿਊਮਨ ਕੈਲੀਬਰ ਤੇ ਕਰੈਕਟਰ ਵਿੱਚ ਹੁੰਦਾ ਆ। ਤੁਸੀਂ ਬਣਾਉਣ ਨੂੰ ਹਿਟਲਰ ਦੁਨੀਆ ਦੇ ਸਭ ਤੋਂ ਅਮੀਰ ਤੇ ਸਭ ਤੋਂ ਲਾਇਕ ਸਮਝੇ ਜਾਣ ਵਾਲੇ ਮੁਲਕ ਦੇ ਲੋਕਾਂ ਦਾ ਮੁਖੀ ਬਣਿਆ ਤੇ ਨਾਮਣਾ ਕੀ ਖੱਟਿਆ। ਆਪ ਦੇਖੋ, ਅਸੀਂ ਤਵਾਰੀਖ ਪੜ੍ਹਦੇ ਹਾਂ ਆਪਣੇ ਉਸ ਸਮੇਂ ਦੇ ਵਿੱਚ, ਬਾਬਰ ਵੀ ਹੁਕਮਰਾਨ ਬਣਿਆ ਸੀਗਾ, ਸ਼ੇਰਸ਼ਾਹ ਸੂਰੀ ਵੀ ਹੁਕਮਰਾਨ ਬਣਿਆ ਸੀਗਾ। ਹਾਲਾਂਕਿ ਭਾਰਤੀ ਖਿੱਤੇ ਦੀਆਂ ਕਿਤਾਬਾਂ ਬੜੀਆਂ ਬਾਇਸ ਹੋ ਕੇ ਲਿਖੀਆਂ ਗਈਆਂ ਨੇ ਹਿਸਟਰੀ ਦੀਆਂ, ਪਰ ਇਹਦੇ ਬਾਵਜੂਦ ਵੀ ਜੇ ਤੁਸੀਂ ਇਹ ਦੋ ਨਾਮ ਪੜ੍ਹੇ ਹੋਣ ਹਿਸਟਰੀ ਦੀਆਂ ਕਿਤਾਬਾਂ ਦੇ ਵਿੱਚ, ਸ਼ੇਰਸ਼ਾਹ ਸੂਰੀ ਤੇ ਬਾਬਰ, ਤੁਹਾਨੂੰ ਪਤਾ ਲੱਗ ਜਾਏਗਾ ਕਿਹਦਾ ਕਿਹੋ ਜਿਹਾ ਕੈਲੀਬਰ ਸੀਗਾ, ਕਿਹਨੂੰ ਕਿਸ ਤਰੀਕੇ ਨਾਲ ਯਾਦ ਕੀਤਾ ਜਾਂਦਾ ਹੈ। ਉਸੇ ਸਮੇਂ ਦੇ ਵਿੱਚ ਅਕਬਰ ਨੂੰ ਵੀ ਯਾਦ ਕੀਤਾ ਜਾਂਦਾ, ਜਲਾਲੁਦੀਨ ਅਕਬਰ ਵੀ, ਉਸੇ ਸਮੇਂ ਦੇ ਵਿੱਚ ਔਰੰਗਜ਼ੇਬ ਵੀ ਯਾਦ ਕੀਤਾ ਜਾਂਦਾ ਹੈ। ਤੁਸੀਂ ਦੇਖ ਲਵੋ, ਸਾਡਾ ਕੋਈ ਵਾਹ ਵਾਸਤਾ ਨਹੀਂ ਡਾਇਰੈਕਟਲੀ ਉਹਨਾਂ ਦੇ ਨਾਲ, ਪਰ ਇਹ ਸੱਚਾਈ ਹੈ। ਪੋਜੀਸ਼ਨ ਭਾਵੇਂ ਬਿਨਾਂ ਸ਼ੱਕ ਉਹ ਹੋਏ, ਭਾਈ ਜਿਹੜਾ ਮਾਣ ਆ ਇਹ ਨਜ਼ਰ ਨਾਲ ਮਿਲਦਾ, ਇਹ ਦਾਤੇ ਦਾ ਤਰਸ ਆ ਜਿਹਨੂੰ ਪ੍ਰਾਪਤ ਹੋਏ। ਸੋ ਇਸ ਕਰਕੇ ਮਹਾਰਾਜ ਬਿਆਨ ਕਰਦੇ ਸੰਗਤ ਕਰਨ ਦੀ ਸਹੀ ਜਾਂਚ ਆਵੇ, ਬੰਦੇ ਨੂੰ ਕਰਤਾਰ ਦੇ ਉਸ ਨਿਜ਼ਾਮ ਦੇ ਵਿੱਚ ਆਪਣੇ ਆਪ ਨੂੰ ਇਸ ਲੈਵਲ ਤੇ ਲਿਆਉਣਾ ਵੀ ਦਾਤਾ ਨਦਰ ਕਰ ਮੇਰੇ ਤੇ, ਬਖਸ਼ਿਸ਼ ਕਰ। ਜੇ ਤੂੰ ਕੋਈ ਚੰਗਿਆਈ ਅੱਛਾਈ ਵੰਡ ਵੀ ਰਿਹਾ, ਕੁਦਰਤ ਦੇ ਵੀ ਰਹੀ ਹੈ, ਮੈਨੂੰ ਇਸ ਕਾਬਲ ਬਣਾਈ ਮੈਂ ਬੁਰਿਆਈ ਵਾਲੇ ਪਾਸੇ ਨਾ ਜਾਵਾਂ, ਅੱਛਾਈ ਵਾਲੇ ਪਾਸੇ ਜਾਵਾਂ। ਮੈਂ ਕੁਝ ਚੰਗਾ ਗ੍ਰੈਬ ਕਰ ਸਕਾਂ, ਮਾੜੇ ਨੂੰ ਗ੍ਰੈਬ ਕਰਨੋਂ ਆਪਣੇ ਆਪ ਨੂੰ ਪਰਹੇਜ਼ਗਾਰ ਬਣਾ ਸਕਾਂ। ਇਹੋ ਜਿਹੇ ਬਚਨ ਇਸ ਸ਼ਬਦ ਵਿੱਚੋਂ ਸਾਨੂੰ ਪ੍ਰਾਪਤ ਹੁੰਦੇ ਨੇ। ਅੱਜ ਵਾਸਤੇ ਸਮਾਂ ਸਮਾਪਤ ਹੈ। ਇੱਕ ਵਾਰ ਫਿਰ ਕਿਰਸਾਨੀ ਸੰਘਰਸ਼ ਨਾਲ ਜੂਝ ਰਹੇ ਮਾਈ ਭਾਈ ਦੀ ਸਫਲਤਾ ਦੀ ਅਰਦਾਸ। ਢਾਡੀ ਵੀਰ ਅਗਲਾ ਸਮਾਗਮ ਹਾਜ਼ਰ ਤੁਹਾਡੇ ਨਾਲ ਹੋਣਗੇ, ਉਹ ਤੁਹਾਡੀ ਅਗਲੀ ਹਾਜ਼ਰੀ ਲਵਾਉਣਗੇ। ਮੈਨੂੰ ਇੱਥੇ ਇਜਾਜ਼ਤ ਦੇਣੀ, ਕਹਿ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।